ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 6 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਸੰਪਾਦਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ, ਜਿਹਦੇ ਵਿੱਚ ਕੱਲ ਅਸੀਂ ਇਹ ਵੇਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 35 ਸ਼ਖਸੀਅਤਾਂ ਦੀ ਬਾਣੀ ਦਰਜ ਹੈ। ਇੱਕ ਤਾਂ ਕੱਲ ਦੇ ਨਾਲ ਸੰਬੰਧਿਤ ਇੱਕ ਸਵਾਲ ਆਇਆ ਸੀ, ਮੈਂ ਸਪਸ਼ਟ ਕਰਦਿਆਂ ਕੁਝ ਹੋਰ ਵੀਰਾਂ ਦਾ ਵੀ ਹੋ ਸਕਦਾ ਕਿ ਭਗਤ ਤੇ ਭੱਟ ਦੇ ਵਿੱਚ ਕੀ ਫਰਕ ਹੈ। ਭਗਤ ਗੁਰਬਾਣੀ ਦੇ ਵਿੱਚ ਉਹਨੂੰ ਕਿਹਾ ਗਿਆ ਜਿਹਨੇ ਉਸ ਅਕਾਲ ਪੁਰਖ ਨੂੰ ਪੂਰਨ ਰੂਪ ਦੇ ਵਿੱਚ ਜਾਣ ਲਿਆ। ਕੁਝ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਨਾਲ ਜੁੜ ਕੇ ਉਹਨੂੰ ਕਣ ਕਣ ਦੇ ਵਿੱਚ ਪਛਾਣਿਆ ਔਰ ਭਗਤ ਕਰਕੇ ਸਮਾਜ ਵਿੱਚ ਜਾਣੇ ਜਾਣ ਲੱਗ ਪਏ, ਉਹਨਾਂ ਦੀ ਬਾਣੀ ਸਤਿਗੁਰੂ ਨੇ ਜਿਹੜੀ ਇਕੱਤਰ ਕੀਤੀ ਸੀ ਉਹ ਭਗਤ ਬਾਣੀ ਕਹਿਲਾਂਦੀ ਹੈ। ਭੱਟ ਇਹ ਕੁਝ ਬ੍ਰਾਹਮਣ ਲੋਕ ਸਨ। ਅੱਜ ਵੀ ਕਈ ਸਾਡੇ ਇਤਿਹਾਸ ਦੇ ਵਿੱਚ ਕਈ ਵਾਰੀ ਕੋਈ ਪ੍ਰਮਾਣ ਲੱਭਣੇ ਹੁੰਦੇ ਨੇ ਤੇ ਅਸੀਂ ਕਹਿੰਦੇ ਹਾਂ ਭੱਟ ਵਹੀਆਂ ਦੇ ਵਿੱਚ ਲਿਖਿਆ। ਭੱਟ ਬ੍ਰਾਹਮਣਾਂ ਦੀ ਉਹ ਕੈਟੇਗਰੀ ਸੀ ਜਿਹੜੇ ਲੋਕਾਂ ਦੇ ਕੁਲਾਂ ਦੇ ਕੁੱਲ ਜਨਮਾਂ ਦਾ ਹਿਸਾਬ ਰੱਖਦੇ ਸਨ, ਵੀ ਫਲਾਣੇ ਕੁਲ ਦੇ ਵਿੱਚ ਕਿੱਥੋਂ ਸ਼ੁਰੂ ਹੋਇਆ, ਉਹਦੇ ਬਾਅਦ ਉਹਦੀ ਕਿਹੜੀ ਸੰਤਾਨ ਹੋਈ, ਉਹਦੀ ਕਿਹੜੀ ਅੱਗੋਂ ਕਿਹੜੀ ਸੰਤਾਨ ਹੋਈ ਅਜੇ ਤੱਕ। ਇਹ ਹਰਿਦੁਆਰ ਵਗੈਰਾ ਇਹਨਾਂ ਜਗ੍ਹਾ ਤੇ ਅੱਜ ਵੀ ਇਹ ਭੱਟ ਲੋਕ ਮਿਲ ਜਾਂਦੇ ਨੇ। ਬ੍ਰਾਹਮਣਾਂ ਦੇ ਵਿੱਚ ਇੱਕ ਖਾਸ ਸੰਪਰਦਾ ਸਮਝ ਲਓ ਜਿਹੜੇ ਇਸ ਕੰਮ ਨੂੰ ਕਰਦੇ ਨੇ। ਮੂਲ ਰੂਪ ਦੇ ਵਿੱਚ ਬ੍ਰਾਹਮਣ ਸਨ। ਇਹ 11 ਭੱਟ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦੀ ਹੈ, ਉਹ ਸਨ ਜਿਹੜੇ ਆਪਣੇ ਇਸ ਕੰਮ ਤੋਂ ਇੰਜ ਕਹਿ ਲਓ ਕਿ ਉਹਨਾਂ ਨੂੰ ਤਸੱਲੀ ਨਹੀਂ ਸੀ, ਜਿਗਿਆਸੂ ਸਨ। ਉਹਨਾਂ ਦਾ ਮਨ ਦੇ ਵਿੱਚ ਤਸੱਲੀ ਨਹੀਂ ਸੀ ਕਿ ਅਸੀਂ ਜੋ ਕੁਝ ਕਰ ਰਹੇ ਹਾਂ, ਜਿਸ ਕੰਮ ਦੇ ਵਿੱਚ ਚੱਲ ਰਹੇ ਹਾਂ ਉਹ ਠੀਕ ਹੈ, ਤੇ ਉਹ ਕਿਸੇ ਸੱਚੇ ਗੁਰੂ ਦੀ ਭਾਲ ਦੇ ਵਿੱਚ ਸਨ। ਇਹਨਾਂ ਦੇ ਇੱਕ ਆਪਣਾ ਹੀ ਆਉਂਦਾ ਨਾ, ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨੇ ਪਰਚੋ ਲਾਇਓ, ਕਹਿਤਿਓ ਕਰਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੈ ਲਗੇ ਤਿਨਕੇ ਗੁਣ ਹੋ ਕਿਆ ਕਹਾਂ, ਗੁਰ ਦਇ ਮਿਲਾਇਓ ਭਿਖਿਆ ਜਿਵ ਤੂ ਰੱਖੈ ਤਿਵ ਰਹੋ। ਇਹ ਭਿੱਖਾ ਭੱਟ ਜੀ ਦੀ ਰਚਨਾ ਹੈ ਔਰ ਉਹ ਆਪ ਦੱਸ ਰਹੇ ਨੇ ਕਿ ਮੈਂ 1 ਸਾਲ ਸਾਨੂੰ ਭਟਕਦਿਆਂ ਹੋ ਗਿਆ ਸੀ, ਸਾਨੂੰ ਕੋਈ ਸੱਚਾ ਗੁਰੂ ਨਹੀਂ ਸੀ ਮਿਲ ਰਿਹਾ, ਸਾਡੀ ਤਸੱਲੀ ਨਹੀਂ ਸੀ ਹੋ ਰਹੀ। ਜਦੋਂ ਗੁਰੂ ਅਰਜਨ ਸਾਹਿਬ ਦੇ ਦਰ ਤੇ ਆਏ ਹਾਂ ਤੇ ਸਮਝ ਲੱਗ ਗਈ ਵੀ ਇਹ ਅਕਾਲ ਪੁਰਖ ਦਾ ਹੀ ਰੂਪ ਨੇ, ਇਹ ਸੱਚ ਦੇ ਗੁਰੂ ਨੇ। ਸੋ ਉਹਨਾਂ ਨੂੰ ਜਿਹੜੇ ਇਹ ਭਾਲ ਕਰਦੇ ਹੋਏ ਗੁਰੂ ਸ਼ਰਨ ਦੇ ਵਿੱਚ ਆਏ ਸਨ, ਉਹਨਾਂ ਨੇ ਫਿਰ ਬਾਅਦ ਦੇ ਵਿੱਚ ਗੁਰੂ ਮਹਿਮਾ ਦੇ ਵਿੱਚ ਸ਼ਬਦ ਉਚਾਰਨ ਕੀਤੇ, ਉਹਨਾਂ ਨੂੰ ਅਸੀਂ ਭੱਟ ਸਾਹਿਬਾਨ ਕਹਿੰਦੇ ਹਾਂ। ਮੈਂ ਅੱਜ ਦੇ ਵਿਸ਼ੇ ਤੇ ਆਵਾਂ। ਕੱਲ ਮੈਂ ਕਿਹਾ ਸੀ ਕਿ ਕਈ ਸਮਝਦੇ ਨੇ ਕਿ 36 ਸ਼ਖਸੀਅਤਾਂ ਦੀ ਬਾਣੀ ਹੈ, ਉਹ 36ਵਾਂ ਨਾਲ ਮਰਦਾਨਾ ਜੀ ਨੂੰ ਗਿਣਦੇ ਨੇ, ਔਰ ਮਰਦਾਨਾ ਜੀ ਨੂੰ ਇਸ ਕਰਕੇ ਗਿਣਦੇ ਨੇ ਕਿਉਂਕਿ ਉੱਥੇ ਨਾਂ ਆ ਰਿਹਾ ਮਰਦਾਨਾ। ਹੁਣ ਆਪਾਂ ਪਹਿਲਾਂ ਮਰਦਾਨਾ ਜੀ ਦੇ 3 ਸ਼ਲੋਕ ਮਰਦਾਨਾ ਸਿਰਲੇਖ ਥੱਲੇ ਆਉਂਦੇ ਨੇ, ਉਹ ਪੜ੍ਹ ਲਈਏ। ਸ਼ਲੋਕ ਮਰਦਾਨਾ ਪਹਿਲਾ। ਕਲ ਕਲਵਾਲੀ ਕੌਮ ਮਦ ਮਨੁਆ ਪੀਵਨ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ, ਮਜਲਸ ਕੂੜੇ ਲੱਭ ਕੀ ਪੀਪੀ ਹੋਏ ਖੁਆਰ, ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ, ਗੁਣ ਮੰਡੇ ਕਰ ਸੀਲ ਘਿਓ ਸਰਮ ਮਾਸ ਆਹਾਰ, ਗੁਰਮੁਖ ਪਾਈਆ ਨਾਨਕਾ ਖਾਧੇ ਜਾਹੇ ਬਿਕਾਰ। ਇੱਥੇ ਹੁਣ ਇੱਕ ਗਿਣਤੀ ਆ ਗਈ ਹੈ। ਪਹਿਲਾ ਮਰਦਾਨਾ ਸ਼ਲੋਕ ਮਰਦਾਨਾ 1 ਆ ਰਿਹਾ ਪਹਿਲਾ। ਜੇ ਗੁਰੂ ਸਾਹਿਬਾਨ ਦੀ ਰਚਨਾ ਹੋਵੇ ਤਾਂ ਮਹਲਾ ਆਉਂਦਾ, ਇੱਥੇ ਮਰਦਾਨਾ ਆ ਰਿਹਾ ਪਰ ਆ ਪਹਿਲਾ ਹੀ ਰਿਹਾ। ਸਭ ਤੋਂ ਵੱਡੀ ਗੱਲ ਥੱਲੇ ਨਾਨਕ ਪਦ ਆ ਗਿਆ, ਨਾਨਕਾ ਗੁਰਮੁਖ ਪਾਈਆ ਨਾਨਕਾ ਖਾਧੇ ਜਾਹੇ ਬਿਕਾਰ।
ਫਿਰ ਅਗਲੇ ਸ਼ਲੋਕ ਦੇ ਵਿੱਚ ਫਿਰ ਆ ਗਿਆ ਮਰਦਾਨਾ ਪਹਿਲਾ। ਜਿਸ ਵੇਲੇ ਵਾਰਾਂ ਦੇ ਵਿੱਚ ਸ਼ਲੋਕ ਦਰਜ ਕੀਤੇ ਜਾਂਦੇ ਨੇ ਤੇ ਪੌੜੀ ਤੋਂ ਬਾਅਦ ਜਾਂ ਸ਼ੁਰੂਆਤ ਦੇ ਵਿੱਚ ਜਿਹੜਾ ਪਹਿਲਾ ਸ਼ਲੋਕ ਹੁੰਦਾ ਉੱਥੇ ਸ਼ਲੋਕ ਮਹੱਲਾ ਪਹਿਲਾ ਜਾਂ ਸ਼ਲੋਕ ਮਹੱਲਾ ਦੂਜਾ ਜੋ ਵੀ ਲਿਖਿਆ ਜਾਂਦਾ ਹੈ, ਉਹਦੇ ਬਾਅਦ ਜਿਹੜਾ ਸ਼ਲੋਕ ਲਫ਼ਜ਼ ਨਹੀਂ ਵਰਤਿਆ ਜਾਂਦਾ, ਮਹੱਲਾ ਪਹਿਲਾ ਜਾਂ ਮਹੱਲਾ ਦੂਜਾ ਮਹੱਲਾ ਤੀਜਾ ਆ ਜਾਂਦਾ। ਉਹੀ ਨੇਮ ਇੱਥੇ ਵਰਤਿਆ ਜਾ ਰਿਹਾ ਕਿਉਂਕਿ ਇਹ ਵੀ ਵਾਰ ਦੇ ਨਾਲ ਲੱਗੀਆਂ ਹੋਈਆਂ ਪੌੜੀਆਂ ਨੇ। ਮਰਦਾਨਾ ਪਹਿਲਾ। ਕਾਇਆ ਲਾਹਣ ਆਪ ਮਦ ਮੁਜਲਸ ਤ੍ਰਿਸ਼ਨਾ ਧਾਤ, ਮਨਸਾ ਕਟੋਰੀ ਕੂੜ ਭਰੀ ਪਿਲਾਏ ਜਮ ਕਾਲ, ਇਤ ਮਦ ਪੀਤਾ ਨਾਨਕਾ ਬਹੁਤੇ ਖਟਿਆ ਬਿਕਾਰ। ਇੱਥੇ ਫਿਰ ਨਾਨਕ ਲਫ਼ਜ਼ ਆ ਗਿਆ। ਇਤ ਮਦ ਪੀਤਾ ਇਹ ਸ਼ਰਾਬ ਦੇ ਪੀਣ ਨਾਲ ਬਹੁਤ ਵਿਕਾਰ ਜੀਵਨ ਦੇ ਵਿੱਚ ਆਉਂਦੇ ਨੇ, ਬਹੁਤ ਭੈੜੀ ਚੀਜ਼ ਹੈ, ਬਹੁਤੇ ਖਟਿਆ ਬਿਕਾਰ। ਗਿਆਨ ਗੁੜ ਸਾਲਾਹ ਮੰਡੇ ਭਉ ਮਾਸ ਆਹਾਰ, ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ। ਇੱਥੇ ਫਿਰ ਨਾਨਕ ਪਦ ਆ ਗਿਆ। ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ, ਸਤ ਸੰਗਤ ਸਿਉ ਮਿਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੈ ਬੇਕਾਰ। ਤਿੰਨ ਸ਼ਲੋਕ ਨੇ ਤੇ ਤਿੰਨਾਂ ਦੇ ਵਿੱਚ ਨਾਨਕ ਪਦ ਆ ਰਿਹਾ। ਸਭ ਤੋਂ ਪਹਿਲੀ ਗੱਲ ਤੇ ਅਸੀਂ ਇਹ ਸਮਝ ਲਈਏ ਕਿ ਜਿਹੜਾ ਪਹਿਲਾਂ ਹਰ ਵਾਰੀ ਪਹਿਲਾ ਆ ਰਿਹਾ ਉਹ ਗਿਣਤੀ ਨਹੀਂ ਹੈ। ਗਿਣਤੀ ਜਿਹੜੀ ਆ ਰਹੀ ਹੈ ਸ਼ਲੋਕਾਂ ਦੀ ਉਹ ਅਖੀਰ ਤੇ ਆ ਰਹੀ ਹੈ। ਪਹਿਲਾਂ ਆ ਗਿਆ ਗੁਰਮੁਖ ਪਾਈਆ ਨਾਨਕਾ ਖਾਧੇ ਜਾਹੇ ਬਿਕਾਰ, ਉੱਥੇ ਇੱਕ ਆ ਗਿਆ। ਫਿਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ, ਫਿਰ ਦੋ ਆ ਗਿਆ। ਫਿਰ ਅਖੀਰ ਤੇ ਸਤ ਸੰਗਤ ਸੇ ਮਿਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਬਿਕਾਰ। ਇੱਥੇ ਫਿਰ ਤਿੰਨ ਆ ਗਿਆ। ਗਿਣਤੀ ਇੱਥੇ ਚੱਲ ਰਹੀ ਹੈ, ਉੱਥੇ ਗਿਣਤੀ ਨਹੀਂ ਹੈ। ਫਿਰ ਹਰ ਵਾਰੀ ਪਹਿਲਾ ਆ ਰਿਹਾ। ਸਭ ਤੋਂ ਵੱਡੀ ਗੱਲ ਜਿਹੜੀ ਸਮਝਣ ਵਾਲੀ ਹੈ, ਮੂਲ ਗੱਲ ਜਿਹੜੀ ਸਮਝਣ ਵਾਲੀ ਹੈ ਉਹ ਇਹ ਹੈ ਕਿ ਨਾਨਕ ਪਦ ਵਰਤਣ ਦਾ ਅਧਿਕਾਰ ਸਿਰਫ ਨਾਨਕ ਜੋਤ ਨੂੰ ਹੈ, ਕੋਈ ਹੋਰ ਨਾਨਕ ਪਦ ਨਹੀਂ ਵਰਤ ਸਕਦਾ। ਜਿਹੜਾ ਨਾਨਕ ਬਣ ਗਿਆ ਜੋਤ ਪ੍ਰਵੇਸ਼ ਕਰਨ ਕਰਕੇ, ਉਹ ਹੀ ਆਪਣੇ ਆਪ ਨੂੰ ਨਾਨਕ ਕਹਿ ਸਕਦਾ ਹੈ, ਉਹੀ ਨਾਨਕ ਪਦ ਵਰਤ ਸਕਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਾਈ ਮਰਦਾਨਾ ਜੀ ਬਹੁਤ ਉੱਚੀ ਸ਼ਖਸੀਅਤ ਸਨ। ਮੈਂ ਇਹ ਕਹਾਂ ਕਿ ਸੰਸਾਰ ਦੇ ਸਭ ਤੋਂ ਭਾਗਾਂ ਵਾਲੇ ਵਿਅਕਤੀ ਸਨ ਜਿਨ੍ਹਾਂ ਨੂੰ 54 ਸਾਲ ਗੁਰੂ ਨਾਨਕ ਸਾਹਿਬ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ ਔਰ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਗੋਦ ਦੇ ਵਿੱਚ ਆਪਣੇ ਸਵਾਸ ਦਿੱਤੇ। ਉਹਨਾਂ ਤੋਂ ਵੱਧ ਭਾਗਾਂ ਵਾਲਾ ਮਨੁੱਖ ਕਿਹੜਾ ਹੋ ਸਕਦਾ ਸੰਸਾਰ ਦਾ। ਲੇਕਿਨ ਗੁਰਮਤਿ ਦਾ ਇੱਕ ਸਿਧਾਂਤ ਹੈ, ਨਾਨਕ ਪਦ ਸਿਰਫ ਨਾਨਕ ਜੋਤ ਲਈ ਵਰਤਿਆ ਜਾਂਦਾ ਹੈ, ਨਾਨਕ ਜੋਤ ਨੇ ਹੀ ਵਰਤਿਆ। ਫਿਰ ਇੱਥੇ ਮਰਦਾਨਾ ਕਿਉਂ ਆ ਰਿਹਾ? ਗੁਰੂ ਨਾਨਕ ਸਾਹਿਬ ਦੇ ਸਭ ਤੋਂ ਨੇੜੇ ਸਾਥੀ ਸਨ। ਇੰਨੀ ਵੱਡੀ ਉਹਨਾਂ ਦੀ ਘਾਲਨਾ ਹੈ ਕਿ ਸਾਰੇ ਪਰਿਵਾਰ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਨਾਲ ਸੇਵਾ ਨਿਭਾਉਂਦੇ ਰਹੇ। ਬੜੀ ਉੱਚੀ ਅਵਸਥਾ ਦੇ ਵਿੱਚ ਪਹੁੰਚ ਚੁੱਕੇ ਸਨ। ਗੁਰੂ ਨਾਨਕ ਸਾਹਿਬ ਚਾਹੁੰਦੇ ਸਨ ਕਿ ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਸੰਸਾਰ ਦੇ ਵਿੱਚ ਅਮਰ ਰਵੇ, ਸੰਸਾਰ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਰਹਿਣ। ਉਹਨਾਂ ਆਪਣੇ ਸਭ ਤੋਂ ਨੇੜੇ ਸਾਥੀ ਦੇ ਪਰਥਾਏ ਔਨ ਬਿਹਾਫ ਆਫ ਇਹ ਤਿੰਨ ਸ਼ਲੋਕ ਉਚਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਦਰਜ ਕਰਕੇ ਉਹਨਾਂ ਨੂੰ ਸਦਾ ਸਦਾ ਲਈ ਅਮਰ ਕਰ ਦਿੱਤਾ, ਸਦਾ ਸਦਾ ਲਈ ਸਾਬਤ ਕਰਤਾ ਕਿ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਨੇੜੇ ਸਾਥੀ ਸਨ, ਸਭ ਤੋਂ ਪਿਆਰੇ ਸਾਥੀ ਸਨ। ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਉਚਾਰਨ ਮਹਲਾ ਪਹਿਲਾ ਨਾਨਕਾ ਵੀ ਪਦ ਥੱਲੇ ਆ ਗਿਆ। ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਨਾਲ ਮਰਦਾਨਾ ਲਾ ਕੇ ਮਰਦਾਨਾ ਜੀ ਦੇ ਪਰਥਾਏ, ਜਿਸ ਤਰ੍ਹਾਂ ਸਾਡੇ ਬਿਹਾਫ ਤੇ ਕੋਈ ਵਕੀਲ ਅਦਾਲਤ 'ਚ ਪੇਸ਼ ਹੁੰਦਾ, ਉਹ ਕਹਿੰਦਾ ਜੀ ਕਿ ਮੇਰੇ ਨਾਲ ਇਹ ਧੋਖਾ ਹੋਇਆ। ਧੋਖਾ ਉਹਦੇ ਨਾਲ ਨਹੀਂ ਹੋਇਆ ਹੁੰਦਾ, ਧੋਖਾ ਉਹਦੇ ਕਲਾਇੰਟ ਨਾਲ ਹੋਇਆ ਹੁੰਦਾ। ਕਹਿੰਦਾ ਮੇਰੇ ਨਾਲ ਧੋਖਾ ਹੋਇਆ, ਕਿਉਂਕਿ ਉਹਦੇ ਬਿਹਾਫ ਤੇ ਗੱਲ ਕਰ ਰਿਹਾ ਹੁੰਦਾ, ਉਹਦੇ ਆਪਣੇ ਆਪ ਨੂੰ ਉਹਦੇ ਰੂਪ ਦੇ ਵਿੱਚ ਪੇਸ਼ ਕਰਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਰੂਪ ਦੇ ਵਿੱਚ ਪੇਸ਼ ਕੀਤਾ, ਆਪਣੇ ਵੱਲੋਂ ਉਹ ਸ਼ਬਦ ਉਚਾਰਨ ਕਰਕੇ ਉਹਨਾਂ ਦੇ ਪਰਥਾਏ ਉਹਨਾਂ ਨੂੰ ਦਰਜ ਕਰਾਇਆ, ਉਹਨਾਂ ਨੂੰ ਅੰਕਿਤ ਕੀਤਾ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਨੇ ਬਾਅਦ ਦੇ ਵਿੱਚ ਦਰਜ ਕੀਤਾ।
ਸੋ ਇਹ ਮਰਦਾਨਾ ਜੀ ਦੇ ਨਹੀਂ ਉਚਾਰਨ ਕੀਤੇ ਹੋਏ, ਮਰਦਾਨਾ ਜੀ ਦੇ ਪਰਥਾਏ ਉਚਾਰਨ ਕੀਤੇ ਹੋਏ ਨੇ, ਮਰਦਾਨਾ ਜੀ ਦੇ ਬਿਹਾਫ ਤੇ ਉਚਾਰਨ ਕੀਤੇ ਹੋਏ ਨੇ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ। ਇਹ ਗੱਲ ਗੁਰਮਤ ਸਿਧਾਂਤ ਅਨੁਸਾਰ ਜਿਹੜੀ ਹੈ ਉਹ ਸਾਬਤ ਹੁੰਦੀ ਹੈ। ਆਪਾਂ ਇਸ ਲੜੀ ਨੂੰ ਅੱਗੇ ਚਲਾਵਾਂਗੇ, ਪੂਰੀ ਜਾਣਕਾਰੀ ਹਾਸਲ ਕਰਾਂਗੇ। ਅੱਜ ਬਸ ਇਤਨੇ ਬਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।